प्यारे बच्चियों, ਅੱਜ ਅਸੀਂ ਇੱਕ ਨਵਾਂ ਟੌਪਿਕ ਜਿਹੜਾ ਡਿਸਕਸ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਫਾਰਮੂਲੇ ਫॉर ਯੂਨੀਫਾਰਮ ਮੋਸ਼ਨ। ਜਦੋਂ ਵੀ ਕੋਈ ਬਾਡੀ ਜਿਹੜੀ ਹੈ ਯੂਨੀਫਾਰਮਲੀ ਮੂਵ ਕਰਦੀ ਹੈ, that is when a body moves with uniform speed or uniform velocity along a straight line, then what will happen? ਉਹਦੀ ਪੋਜੀਸ਼ਨ ਹਰ ਟਾਈਮ ਦੇ ਉੱਤੇ ਜਿਹੜੀ ਆ ਉਹ ਚੇਂਜ ਹੋਏਗੀ। ਹੁਣ ਉਸ ਬਾਡੀ ਦੀ ਪੋਜੀਸ਼ਨ ਵੱਖਰੇ ਵੱਖਰੇ ਟਾਈਮ ਦੇ ਉੱਤੇ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਉਹਦੇ ਬਾਰੇ ਜਿਹੜਾ ਹੈ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਨਾਲ ਹੀ ਅਸੀਂ ਜਿਹੜਾ ਹੈ ਪੋਜੀਸ਼ਨ ਟਾਈਮ ਗ੍ਰਾਫ ਫॉर ਬਾਡੀ ਜਿਹੜਾ ਹੈ ਉਹਨੂੰ ਵੀ ਅਸੀਂ ਡਿਸਕਸ ਕਰਾਂਗੇ। ਇਹ ਲੈਕਚਰ ਤੇ ਅਗਲੇ ਲੈਕਚਰ ਦੇ ਵਿੱਚ ਜਿਹੜਾ ਹੈ ਮੇਨ ਅਸੀਂ ਜਿਹੜਾ ਹੈ ਪੋਜੀਸ਼ਨ ਟਾਈਮ ਗ੍ਰਾਫ ਤੇ ਉਹਦੀ ਜਿਹੜੀ ਇੰਪੋਰਟੈਂਸ ਕੀ ਹੈ ਉਹਦੇ ਬਾਰੇ ਜਿਹੜਾ ਅਸੀਂ ਡਿਸਕਸ ਕਰਨਾ ਹੈ। It is a very very important and interesting part of the chapter motion in one dimension. Now come to topic. Suppose a body is moving along positive x axis. Body ਜਿਹੜੀ ਹੈ positive x axis ਵਾਲੇ ਪਾਸੇ ਉਹ move ਕਰ ਰਹੀ ਹੈ with uniform velocity। ਉਹਦੀ ਜਿਹੜੀ velocity ਹੈ ਮੰਨ ਲਓ ਕਿ ਉਹ ਸਾਡੀ ਜਿਹੜੀ ਹੈ uniform ਹੈ। body ਜਿਹੜੀ positive x axis ਵਾਲੇ ਪਾਸੇ ਜਾ ਰਹੀ ਹੈ with uniform velocity v vector। ਇਹਦੇ ਉੱਤੇ ਅਸੀਂ ਵੈਕਟਰਸ ਕਰਕੇ ਪਾਇਆ ਬਿਕੋਜ਼ velocity is a vector quantity। ਤੇ ਜੇ ਤੁਸੀਂ ਚਾਹੋ ਵੈਕਟਰ ਨਹੀਂ ਪਾਣਾ ਤੇ ਨਹੀਂ ਵੀ ਪਾ ਸਕਦੇ ਕਿਉਂਕਿ ਅਸੀਂ ਸਟ੍ਰੇਟ ਲਾਈਨ 'ਚ ਹੀ ਮੂਵ ਕਰ ਰਹੇ ਹਾਂ। ਸਾਨੂੰ ਪਤਾ ਹੈ ਕਿ ਡਾਇਰੈਕਸ਼ਨ ਇੱਕੋ ਹੀ ਹੈ, ਉਦੋਂ ਸਾਡਾ ਡਿਸਪਲੇਸਮੈਂਟ ਤੇ ਡਿਸਟੈਂਸ ਸੇਮ ਹੀ ਹੋਏਗਾ। ਅਸੀਂ ਚਾਹੀਏ ਤੇ ਵੈਕਟਰ ਨਹੀਂ ਵੀ ਪਾ ਸਕਦੇ। ਚਲੋ ਅਸੀਂ ਇੱਥੇ ਪਾ ਕੇ ਚੱਲਦੇ ਹਾਂ। क्वेश्चन की है बॉडी इज मूविंग अलोंग पॉजिटिव एक्स एक्सिस विद यूनिफॉर्म वेलोसिटी। यूनिफॉर्म वेलोसिटी का मतलब है कि हुण वेलोसिटी दी जेड़ी वैल्यू है वो पूरे टाइम च जेड़ी है वो चेंज नहीं होएगी। हुण ए वेलोसिटी ने चेंज नहीं होना पूरी जेड़ी है मोशन दे दौरान। नाउ हियर ओ is a point from where the body start। ਉਹ ਪੁਆਇੰਟ ਤੋਂ ਬੋਡੀ ਜਿਹੜੀ ਹੈ ਉਹਨੇ ਮੂਵ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਤੇ A ਪੁਆਇੰਟ ਤੇ ਪਹੁੰਚੀ, ਫਿਰ B ਤੇ ਪਹੁੰਚੀ, ਫਿਰ C ਤੇ ਪਹੁੰਚੀ। ਇਸ ਤਰ੍ਹਾਂ ਜਿਹੜਾ ਉਹ ਮੂਵ ਕਰ ਰਹੀ ਹੈ। ਨਾਓ O ਨੂੰ ਅਸੀਂ ਚੂਜ਼ ਕੀਤਾ ਪੋਜੀਸ਼ਨ ਕਾਹਦਾ ਆਫ origin। ओरिजिन ਦੀ ਜਿਹੜੀ ਆ ਸਾਡੀ ਪੋਜੀਸ਼ਨ ਹੈ, ਇਹ origin ਹੈ ਸਾਡਾ ਜਿੱਥੋਂ ਅਸੀਂ ਪੋਜੀਸ਼ਨ ਕਾਊਂਟ ਕਰਨੀ ਹੈ। origin ਇੱਥੇ ਲਿਖ ਸਕਦੇ ਹਾਂ ਅਸੀਂ ਪੋਜੀਸ਼ਨ, origin ਆਫ ਪੋਜੀਸ਼ਨ। ਅਸੀਂ ਇਥੋਂ ਬਾਡੀ ਦੀ ਜਿਹੜੀ ਹੈ ਪੋਜੀਸ਼ਨ ਮੈਜ਼ਰ ਕਰਨੀ ਤੇ A ਪੁਆਇੰਟ ਨੂੰ ਅਸੀਂ ਚੂਜ਼ ਕੀਤਾ ਹੈ ਜਿੱਥੋਂ ਅਸੀਂ ਟਾਈਮ ਜਿਹੜਾ ਹੈ ਮੈਜ਼ਰ ਕਰਨਾ ਸ਼ੁਰੂ ਕਰਨਾ ਹੈ। क्योंकि मैं पीछे ऑलरेडी डिस्कस कर चुका है ओरिजिन बारे, लैक्चर नंबर 2 या 3 च हैगा देखना कि टाइम असी उदों चूज किया स्टार्ट किया मैजर करना जदों असी किहड़े पॉइंट ते आ A पॉइंट ते। जदों असी अलोंग एक्स एक्सिस जा रहे सी ते असी एकदम देखिया कि हुण किन्ने वजे आ। असी वेख्या कि 11 वजे है। 11 वजे ते मैं देखिया कि असी किन्ना डिस्टेंस कवर कर आए। ਇਹਦਾ ਮਤਲਬ ਹੈ ਕਿ ਤੁਰੇ ਅਸੀਂ ਉਦੋਂ ਆ ਜਦੋਂ ਅਸੀਂ ਇੱਥੋਂ ਨੋਟ ਕਰਨਾ ਸ਼ੁਰੂ ਕੀਤਾ ਅਸੀਂ ਦੇਖਿਆ ਕਿ ਇੰਨਾ ਡਿਸਟੈਂਸ ਅਸੀਂ ਆਲਰੇਡੀ ਪਿੱਛੇ ਕਵਰ ਕਰ ਆਏ। ਨਾਓ ਦਿਸ ਇਜ਼ ਦਾ ਪੋਜੀਸ਼ਨ ਐਟ ਟਾਈਮ 0। ਜਿਹੜਾ 11 ਹੈ ਉਹਨੂੰ ਅਸੀਂ ਆਪਣੇ ਮਾਈਂਡ 'ਚ ਮੰਨਾਂਗੇ 0। ਜਦੋਂ ਤੁਸੀਂ ਟਾਈਮ ਦੀ ਮੈਜ਼ਰਮੈਂਟ ਕਰਨੀ ਸ਼ੁਰੂ ਕਰਦੇ ਹੋ ਉਸ ਟਾਈਮ ਨੂੰ ਅਸੀਂ ਜਿਹੜਾ ਹੈ 0 ਜਿਹੜਾ ਹੈ ਨੰਬਰ ਆਪਾਂ ਦਿੰਦੇ ਆ, ਟਾਈਮ ਨੂੰ ਕਹਿੰਦੇ ਆ 0। ਨਾਓ ਜਦੋਂ ਟਾਈਮ 0 ਸੀ बॉडी ने ऑलरेडी जड़ा है इना डिस्टेंस कवर कर लिया x0। नाउ व्हाट इज x0? इनू पढ़ना है पोजीशन या डिस्प्लेसमेंट
ਕਾਦੀ ਡਿਸਪਲੇਸਮੈਂਟ ਆਫ ਦੀ ਬਾਡੀ when the time is 0। ਇਹ ਜਿਹੜਾ ਨਾਮ ਲੱਗਾ ਹੁੰਦਾ ਹੈ ਇਹ ਟਾਈਮ ਹੁੰਦੇ ਨੇ। ਇੱਥੇ ਟਾਈਮ ਹੈਗਾ ਸਾਡਾ t2, ਇੱਥੇ ਟਾਈਮ ਹੈਗਾ ਸਾਡਾ t1, ਇੱਥੇ ਟਾਈਮ ਹੈਗਾ ਸਾਡਾ 0। this is the position and this is the time in which that position is covered। now body ਜਿਹੜੀ ਹੈ ਉਹ A ਤੇ ਪਹੁੰਚ ਚੁੱਕੀ ਹੈ। ਇੱਥੋਂ ਅਸੀਂ ਕਾਊਂਟ ਕਰਨਾ ਸ਼ੁਰੂ ਕੀਤਾ, ਦੇਖਿਆ ਇੰਨਾ ਡਿਸਪਲੇਸਮੈਂਟ ਹੋ ਗਿਆ। ਜਦੋਂ ਟਾਈਮ t1 ਬੀਤ ਗਿਆ, t1 ਦਾ ਮਤਲਬ 2 ਸੈਕਿੰਡ 3 ਸੈਕਿੰਡ ਕੁਝ ਵੀ ਹੈ, ਜਦੋਂ ਟਾਈਮ t1 ਬੀਤ ਗਿਆ ਉਦੋਂ ਦੇਖਿਆ ਕਿ ਬਾਡੀ ਨੇ ਕਿੰਨਾ ਡਿਸਟੈਂਸ ਕਵਰ ਕਰ ਲਿਆ ਉਹ ਤੋਂ, that is x1। ਇਹ ਸਾਡਾ ਡਿਸਟੈਂਸ ਬੋਲੋ ਜਾਂ ਡਿਸਪਲੇਸਮੈਂਟ, ਬਿਕੋਜ਼ both are equal in a straight line। now when the time is t2 then the body covers the displacement x2। ਇਹ ਸਾਡੇ ਕੋਲ ਵੱਖਰੇ ਵੱਖਰੇ ਟਾਈਮ ਦੇ ਉੱਤੇ ਸਾਨੂੰ ਜਿਹੜੀ ਹੈ ਪੋਜੀਸ਼ਨ ਗਿਵਨ ਹੈ। now this is the position at time 0, this is the position at time t1, ਇਹ ਸਾਡੀ ਟਾਈਮ t2 ਤੇ ਪੋਜੀਸ਼ਨ ਕਿੱਥੋਂ ਮਾਰਕ ਕਰਨੀ ਹੈ? origin ਤੋਂ। ਇਹ origin ਪੋਜੀਸ਼ਨ ਦਾ ਤੇ ਆਹ ਵਾਲਾ ਜਿਹੜਾ ਹੈ origin ਸਾਡਾ ਹੈਗਾ ਟਾਈਮ ਵਾਲਾ origin ਹੈ। now please tell which type of motion is this। ਸਾਡੀ ਜਿਹੜੀ ਮੋਸ਼ਨ ਹੈ ਉਹ ਸਾਡੇ ਕੋਲ ਹੈਗੀ ਆ ਯੂਨੀਫਾਰਮ ਵੈਲੋਸਿਟੀ। ਜੇ ਸਾਡੀ ਵੈਲੋਸਿਟੀ ਯੂਨੀਫਾਰਮ ਹੈ, ਪਲੀਜ਼ ਟੈਲ, ਇੱਥੇ ਬਾਡੀ ਦੀ ਵੈਲੋਸਿਟੀ ਮੰਨ ਲਓ v ਹੈ, then what will be the value of velocity at here? ਇੱਥੇ ਵੀ v ਹੋਏਗੀ। what will be the velocity at here? ਹਰ ਜਗ੍ਹਾ ਦੇ ਉੱਤੇ ਵੈਲੋਸਿਟੀ ਜਿਹੜੀ ਹੈ ਸੇਮ ਹੋਏਗੀ, ਕਿਉਂਕਿ ਯੂਨੀਫਾਰਮ ਵੈਲੋਸਿਟੀ ਦਾ ਮਤਲਬ ਜਿਹੜੀ ਵੈਲੋਸਿਟੀ ਆਪਣੀ ਜਿਹੜੀ ਵੈਲਿਊ ਹੈ ਉਹ ਚੇਂਜ ਨਹੀਂ ਕਰਦੀ। now can you tell what is the value of AB? A ਤੋਂ B ਤੱਕ ਡਿਸਪਲੇਸਮੈਂਟ ਕਿੰਨੀ ਹੋਏਗੀ? what will be the displacement AB? ਪਹਿਲਾਂ ਦੇਖਾਂਗੇ ਕਿ A ਤੋਂ B ਡਿਸਪਲੇਸਮੈਂਟ ਹੈ। ਡਿਸਪਲੇਸਮੈਂਟ ਦਾ ਫਾਰਮੂਲਾ ਸਾਨੂੰ ਪਤਾ ਹੈ, ਵੈਲੋਸਿਟੀ ਨੂੰ ਅਸੀਂ ਜਿਹੜਾ ਹੈ ਟਾਈਮ ਦੇ ਨਾਲ ਮਲਟੀਪਲਾਈ ਕਰਾਂਗੇ। ਡਿਸਪਲੇਸਮੈਂਟ ਇਜ਼ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ, ਬਿਕੋਜ਼ ਵੈਲੋਸਿਟੀ ਜਿਹੜੀ ਹੁੰਦੀ ਹੈ ਡਿਸਪਲੇਸਮੈਂਟ ਓਵਰ ਟਾਈਮ। ਨਾਓ ਵੈਲੋਸਿਟੀ ਕਿਹੜੀ ਲਓਗੇ? that is v। why v? because v is uniform, multiply time। ਇੱਥੋਂ ਲੈ ਕੇ ਇੱਥੋਂ ਤੱਕ ਪਹੁੰਚਣ ਦਾ ਕਿੰਨਾ ਟਾਈਮ ਲੱਗਾ ਸਾਡੇ ਕੋਲ? it is t1। ਇਹਦਾ ਮਤਲਬ ਸਾਡੇ ਕੋਲ ਜਿਹੜੀ ਹੈ ਡਿਸਪਲੇਸਮੈਂਟ AB ਦੀ ਵੈਲਿਊ ਆ ਗਈ v ਮਲਟੀਪਲਾਈ ਬਾਈ t1। ਇਹ ਸਾਡੀ ਡਿਸਪਲੇਸਮੈਂਟ ਆ ਗਈ। ਨਾਓ what is O ਤੋਂ ਲੈ ਕੇ ਅਸੀਂ ਜਾਣਾ ਹੈ B ਤੱਕ। what is OB? O ਤੋਂ ਲੈ ਕੇ B ਤੱਕ ਇਹਦੇ ਕਿੰਨੇ ਪਾਰਟਸ ਹੋ ਜਾਣਗੇ? it will become OA vector plus it will be equal to AB vector। O ਤੋਂ ਲੈ ਕੇ B ਤੱਕ it is OA plus AB vector। now it is equal to ਸਾਡੇ ਕੋਲ what is the value of OA? OA ਦੀ ਜਿਹੜੀ ਵੈਲਿਊ ਹੈ it is x0। now what is the value of AB vector? AB vector ਦੀ ਸਾਡੀ ਜਿਹੜੀ ਵੈਲਿਊ ਹੈ v multiply by t1। and what is OB? O ਤੋਂ ਲੈ ਕੇ B ਤੱਕ this is equal to x1। ਇਹ ਸਾਡੇ ਕੋਲ ਜਿਹੜੀ ਹੈ ਪੋਜੀਸ਼ਨ ਆ ਚੁੱਕੀ ਹੈ at time t1। now ਇਸ ਇਕੁਏਸ਼ਨ ਨੂੰ ਆਪਾਂ ਸਮਝਦੇ ਹਾਂ। ਇਸ ਇਕੁਏਸ਼ਨ ਦਾ ਮਤਲਬ ਕੀ ਹੈ? ਜਦੋਂ ਟਾਈਮ t1 ਸੀ, ਮੰਨ ਲਓ 5 ਸੈਕਿੰਡ ਬੀਤ ਗਏ ਜਾਂ 10 ਸੈਕਿੰਡ 8 ਸੈਕਿੰਡ, ਜਦੋਂ ਟਾਈਮ t1 ਪਾਸ ਹੋਇਆ ਬਾਡੀ ਜਿਹੜੀ ਹੈ ਯੂਨੀਫਾਰਮ ਵੈਲੋਸਿਟੀ ਦੇ ਨਾਲ ਮੂਵ ਕਰ ਰਹੀ ਸੀ ਤੇ ਉਹਨੇ ਜਿਹੜਾ ਹੈ ਟਾਈਮ t1 ਦੇ ਵਿੱਚ ਇੰਨਾ ਡਿਸਟੈਂਸ ਜਿਹੜਾ ਉਹਨੇ ਕਵਰ ਕਰ ਲਿਆ। this is the displacement ਜਾਂ position of the body at time t1। ਉਹਨੇ ਕਿੰਨਾ ਡਿਸਟੈਂਸ ਕਵਰ ਕੀਤਾ? ਪਹਿਲਾਂ ਦੇਖਾਂਗੇ ਕਿ ਟਾਈਮ 0 ਤੇ ਕਿੰਨਾ ਹੈ। ਅਸੀਂ ਟਾਈਮ t1 ਤੱਕ ਟੋਟਲ ਦੇਖਣਾ ਹੈ। ਪਹਿਲਾਂ 0 ਟਾਈਮ ਤੇ ਕਿੰਨਾ ਹੈ? x0 ਪਲੱਸ ਜਿਹੜਾ ਹੈ ਇਸ ਟਾਈਮ ਦੇ ਵਿੱਚ ਤੁਹਾਡਾ ਇਹ ਵਾਲੀ ਜਿਹੜੀ ਵੈਲਿਊ ਵਿੱਚ ਅਸੀਂ ਪਲੱਸ ਹੋ ਗਈ। ਇਹ ਜਿਹੜਾ ਫਾਰਮੂਲਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ।
ਇਹਦੇ ਨਾਲ ਅਸੀਂ ਵੱਖਰੇ ਵੱਖਰੇ ਟਾਈਮ ਦੇ ਉੱਤੇ ਬਾਡੀ ਦੀ ਪੋਜੀਸ਼ਨ ਜਿਹੜੀ ਹੈ ਫਾਈਂਡ ਆਊਟ ਕਰ ਸਕਦੇ ਹਾਂ। ਇਹਨੂੰ ਪਹਿਲਾਂ ਤੁਸੀਂ ਆਪਣੇ ਮਾਈਂਡ ਵਿੱਚ ਰੱਖ ਲਓ। ਮੈਂ ਇਹਨੂੰ ਇੱਕ ਸਾਈਡ ਤੇ ਲਿਖ ਦੇਣਾ, x1 is equal to x0 plus vt। ਇਹ ਜਿਹੜਾ ਫਾਰਮੂਲਾ ਹੈ ਇਹਨੂੰ ਆਪਣੇ ਮਾਈਂਡ 'ਚ ਰੱਖਣਾ ਹੈ, ਕਿਉਂਕਿ ਇਹਨੂੰ ਮੈਂ ਅੱਗੇ ਯੂਜ਼ ਕਰਨਾ ਹੈ। ਪਹਿਲਾਂ ਜਦੋਂ ਵੀ ਅਸੀਂ ਗ੍ਰਾਫ ਪਲਾਟ ਕਰਨਾ ਹੈ ਪੋਜੀਸ਼ਨ ਤੇ ਟਾਈਮ ਦੇ ਵਿੱਚ, ਗ੍ਰਾਫ ਤਾਂ ਹੀ ਪਲਾਟ ਕਰੋਗੇ ਜੇ ਸਾਨੂੰ ਵੱਖਰੇ ਵੱਖਰੇ ਟਾਈਮ ਦੇ ਉੱਤੇ ਵੱਖਰੀ ਵੱਖਰੀ ਉਹਦੀ ਪੋਜੀਸ਼ਨ ਪਤਾ ਹੋਵੇ। ਤੇ ਇਸ ਫਾਰਮੂਲੇ ਤੋਂ ਅਸੀਂ ਟਾਈਮ ਪੁੱਟ ਕਰਕੇ ਟਾਈਮ ਦੇ ਅਕੋਰਡਿੰਗ ਅਸੀਂ ਜਿਹੜੀ ਹੈ ਵੱਖਰੀ ਵੱਖਰੀ ਜਿਹੜੀ ਹੈ ਉਹਦੀ ਪੋਜੀਸ਼ਨ ਫਾਈਂਡ ਆਊਟ ਕਰਾਂਗੇ। ਨਾਓ ਪਲੀਜ਼ ਟੈਲ what will be the value of BC। ਹੁਣ ਦੱਸੋ BC ਦੀ ਜਿਹੜੀ ਹੈ ਉਹ ਵੈਲਿਊ ਕਿੰਨੀ ਹੋਏਗੀ। what will be the value of BC। BC ਦੀ ਵੈਲਿਊ ਜੇ ਅਸੀਂ ਪਤਾ ਕਰਨੀ ਹੈ then ਪਹਿਲਾਂ ਦੇਖੋ ਇਹ ਕਿੰਨੀ ਡਿਸਟੈਂਸ ਨਾਲ ਕਵਰ ਹੋਇਆ। BC ਵੈਕਟਰ is equal to velocity multiply by ਅਸੀਂ ਕਰਾਂਗੇ ਟਾਈਮ ਦੇ ਨਾਲ ਇਹਨੂੰ ਮਲਟੀਪਲਾਈ ਕਰਾਂਗੇ। now BC is the displacement, velocity ਤੇ ਸਾਡੀ ਸੇਮ ਰਹੇਗੀ। now what is the value of time। ਇਥੋਂ ਲੈ ਕੇ ਇਥੋਂ ਤੱਕ ਪਹੁੰਚਣ ਦਾ ਜਿਹੜਾ ਹੈ ਸਾਡਾ ਕਿੰਨਾ ਟਾਈਮ ਲੱਗੇਗਾ ਉਹਦੇ ਬਾਰੇ ਦੱਸੋ ਕਿੰਨਾ ਹੋਏਗਾ। ਇੱਥੇ ਕਿੰਨਾ ਟਾਈਮ ਹੈ t1, ਇੱਥੇ ਕਿੰਨਾ ਹੈ t2। ਇਹਦਾ ਮਤਲਬ B ਤੋਂ C ਤੇ ਜਾਣ ਦਾ ਜਿਹੜਾ ਸਾਡਾ ਟਾਈਮ ਹੋਏਗਾ that is equal to t2 minus t1। this is the value of BC vector। ਇਹ ਜਿਹੜੀ ਡਿਸਪਲੇਸਮੈਂਟ ਹੋਈ ਹੈ it is V multiply by t2 minus t1। ਮੈਂ ਇਸ ਸਾਈਡ ਤੇ ਲਿਖ ਦੇਣਾ BC vector is equal to V multiply by t2 minus t1। now what is BC। B ਤੋਂ C ਤੱਕ ਡਿਸਪਲੇਸਮੈਂਟ BC ਲੱਭਣਾ ਹੈ। B ਤੱਕ ਕਿੰਨੀ ਹੈ x1, C ਤੱਕ ਕਿੰਨਾ ਹੈ ਸਾਡੇ ਕੋਲ x2। ਤੇ ਜੇ ਟੋਟਲ ਵਿੱਚੋਂ ਅਸੀਂ ਇਹਨੂੰ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲ ਆ ਵੈਲਿਊ ਆ ਜਾਏਗੀ। now what is the value of BC। it is x2 minus x1 is equal to V multiply t2 minus t1। this is the displacement from B to C। ਇਹ ਸਾਡੀ ਜਿਹੜੀ ਹੈ ਡਿਸਪਲੇਸਮੈਂਟ ਹੈ। ਇਹ ਪਹਿਲੀ ਪੋਜੀਸ਼ਨ, ਇਹ ਫਾਈਨਲ ਚੋਂ ਅਸੀਂ ਪਿਛਲੀ ਮਾਈਨਸ ਕਰ ਦਾਂਗੇ that is the displacement ਹੋ ਗਈ S। now what is V velocity and this is the time taken। ਇਹਨੂੰ ਅਸੀਂ T ਪੁੱਟ ਕਰ ਦਿੰਦੇ ਹਾਂ। now this is the formula for displacement covered from B to C with uniform velocity। uniform velocity ਦੇ ਨਾਲ ਇੰਨੀ ਸਾਡੀ ਜਿਹੜੀ ਹੈ ਉਹ ਡਿਸਪਲੇਸਮੈਂਟ ਸਾਡੀ ਜਿਹੜੀ ਉਹ ਕਵਰ ਹੋਈ ਹੈ। now ਆਓ ਅਸੀਂ ਹੁਣ ਇਸ ਤੋਂ ਅੱਗੇ ਜਿਹੜਾ ਟੌਪਿਕ ਨੂੰ ਅੱਗੇ ਵਧਾਉਂਦੇ ਹੋਏ ਇਸ ਇਕੁਏਸ਼ਨ ਤੋਂ ਜਿਹੜਾ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਜਿਹੜਾ ਹੈ ਅਸੀਂ ਪਲਾਟ ਕਰਾਂਗੇ। now what is x। ਇੱਥੇ ਕੀ ਸੀਗਾ ਸਾਡੇ ਕੋਲ x0 plus vt। ਇੱਥੇ ਤੁਸੀਂ ਜਿਹੜਾ ਹੈ ਮੈਂ ਬ੍ਰੈਕਟ 'ਚ t ਪਾ ਦੇਣਾ। ਕਹਿਣ ਦਾ ਮਤਲਬ this is a position at time t, this is the position when time is 0 and this is the uniform velocity and this is the time। ਆਓ ਅਸੀਂ ਹੁਣ ਇੱਕ ਪੋਜੀਸ਼ਨ ਟਾਈਮ ਗ੍ਰਾਫ ਨੂੰ ਜਿਹੜਾ ਹੈ ਪਲਾਟ ਕਰਦੇ ਹਾਂ। suppose ਇਹ ਬਹੁਤ ਹੀ ਇੰਪੋਰਟੈਂਟ ਹੈ, ਧਿਆਨ ਨਾਲ ਕਰਿਓ ਇਹਨੂੰ। suppose ਮੰਨ ਲਓ ਕਿ ਸਾਡੀ ਜਿਹੜੀ ਵੈਲੋਸਿਟੀ ਹੈ ਬਾਡੀ ਦੀ it is 2 ਮੀਟਰ ਪਰ ਸੈਕਿੰਡ। ਬਾਡੀ ਦੀ ਵੈਲੋਸਿਟੀ ਜਿਹੜੀ ਹੈ 2 ਮੀਟਰ ਪਰ ਸੈਕਿੰਡ ਹੈ। ਪੂਰੀ ਮੋਸ਼ਨ ਦੇ ਵਿੱਚ ਇਹਨੇ 2 ਹੀ ਰਹਿਣਾ ਹੈ। ਬਾਡੀ ਇਜ਼ ਮੂਵਿੰਗ ਵਿਦ 2 ਮੀਟਰ ਪਰ ਸੈਕਿੰਡ। now what is x0। it is 0। x0 ਦਾ ਮਤਲਬ ਜਦੋਂ ਅਸੀਂ ਟਾਈਮ 0 ਸੀ ਸਾਡਾ, ਜਦੋਂ ਟਾਈਮ 0 ਸੀ ਉਦੋਂ ਸਾਡੀ ਪੋਜੀਸ਼ਨ ਵੀ 0 ਹੈ। ਕਹਿਣ ਦਾ ਮਤਲਬ ਹਾਲੇ ਅਸੀਂ ਆਪਣੇ ਘਰੋਂ ਤੁਰਨ ਲੱਗੇ ਸੀ ਉਦੋਂ ਹੀ ਅਸੀਂ ਟਾਈਮ ਨੋਟ ਕਰ ਲਿਆ। ਪਿੱਛੇ ਅਸੀਂ ਕੀ ਕੀਤਾ ਸੀ, ਇੱਥੇ ਸਾਡਾ
ਘਰ ਸੀ ਮੰਨ ਲਓ, ਤੇ ਇੱਥੋਂ ਅਸੀਂ ਟਾਈਮ ਨੋਟ ਕਰਨਾ ਸ਼ੁਰੂ ਕੀਤਾ ਸੀ ਇਸ ਪੁਆਇੰਟ ਤੋਂ, ਇੱਥੋਂ ਟਾਈਮ ਨੋਟ ਕੀਤਾ, ਇਹ ਪੋਜੀਸ਼ਨ ਸੀ, ਇਹ ਟਾਈਮ ਵਾਲਾ ਓਰੀਜਨ। ਪਰ ਹੁਣ ਅਸੀਂ ਕੀ ਕੀਤਾ, ਜਦੋਂ ਅਸੀਂ ਹਲੇ ਘਰ ਹੀ ਹੈਗੇ ਆ ਉਦੋਂ ਹੀ ਅਸੀਂ ਉਹ ਤੋਂ ਹੀ ਅਸੀਂ ਜਿਹੜਾ ਹੈ ਟਾਈਮ ਨੋਟ ਕਰਨਾ ਸ਼ੁਰੂ ਕੀਤਾ। ਇਹਦਾ ਮਤਲਬ ਹਲੇ ਅਸੀਂ ਡਿਸਟੈਂਸ ਕਵਰ ਨਹੀਂ ਕੀਤਾ। ਨਾਓ this is the position of the body at t is equal to 0, suppose it is 0। now ਪੋਜੀਸ਼ਨ ਤੇ ਟਾਈਮ ਦੇ ਵਿੱਚ ਜੇ ਗ੍ਰਾਫ ਬਣਾਉਣਾ ਹੈ ਤੇ ਸਾਨੂੰ ਕੀ ਕਰਨਾ ਪਏਗਾ, ਇੱਕ ਸਾਈਡ ਦੇ ਉੱਤੇ ਪੋਜੀਸ਼ਨ ਆਪਣਾ ਲਿਖਾਂਗੇ ਟਾਈਮ ਨੂੰ, ਤੇ ਦੂਸਰੀ ਸਾਈਡ ਦੇ ਉੱਤੇ ਨਾਲ ਨਾਲ ਅਸੀਂ ਉਹਦੀ ਜਿਹੜੀ ਹੈ ਪੋਜੀਸ਼ਨ ਵੀ ਫਾਈਂਡ ਕਰਾਂਗੇ। ਨਾਓ ਇਫ ਦਾ ਟਾਈਮ ਇਜ਼ 0, ਜੇ ਮੰਨ ਲਓ ਟਾਈਮ 0 ਹੈ, ਇਸ ਇਕੁਏਸ਼ਨ ਵਿੱਚ ਇੱਥੇ ਭਰਾਂਗੇ 0, ਤੇ ਜਦੋਂ ਇੱਥੇ 0 ਪੁੱਟ ਕਰੋਗੇ ਵੈਲੋਸਿਟੀ ਨੂੰ 0 ਨਾਲ ਮਲਟੀਪਲਾਈ ਕੀਤਾ, ਸਾਡੇ ਕੋਲ ਕਿੰਨਾ ਆ ਗਿਆ, ਆ ਸਾਰਾ 0। ਤੇ ਜਦੋਂ ਟਾਈਮ 0 ਹੈ ਉਸ ਟਾਈਮ ਦੇ ਉੱਤੇ ਸਾਡੀ ਟਾਈਮ 0 ਤੇ ਪੋਜੀਸ਼ਨ ਕਿੰਨੀ ਹੈ, ਸਾਡੀ ਆ ਵੀ 0 ਆ ਗਈ, ਤੇ ਇਹਦਾ ਮਤਲਬ xt ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ 0। x0 ਦੀ ਵੈਲਿਊ 0 ਤੇ ਟਾਈਮ 0 ਹੋਣ ਕਰਕੇ ਮਲਟੀਪਲਾਈ ਹੋ ਕੇ ਸਾਡਾ ਆ ਗਿਆ 0। ਇਹ ਅਸੀਂ ਲੈ ਰਹੇ ਹਾਂ ਮੀਟਰ ਦੇ ਵਿੱਚ। ਜਦੋਂ ਟਾਈਮ ਸਾਡਾ ਜਿਹੜਾ ਹੈ 1 ਸੈਕਿੰਡ ਹੋ ਗਿਆ, 1 ਸੈਕਿੰਡ ਬਾਅਦ ਇੱਥੇ ਪੁੱਟ ਕਰਾਂਗੇ 1। ਨਾਓ ਇੱਕ ਮੈਂ ਸੋਲਵ ਕਰਕੇ ਦਿਖਾਉਣਾ ਇੱਥੇ। ਨਾਓ x1 1 ਸੈਕਿੰਡ ਬਾਅਦ ਕਿੰਨੀ ਆਏਗੀ, x0 ਤੇ ਕਿੰਨਾ ਹੈ 0, ਉਹ ਤੇ ਸਟਾਰਟਿੰਗ ਦੇ ਅਸੀਂ ਜੋ ਮੰਨਿਆ ਉਹਦੇ ਅਕੋਰਡਿੰਗ, ਪਲੱਸ ਵੈਲੋਸਿਟੀ ਕਿੰਨੀ ਹੈ ਸਾਡੀ 2 ਮਲਟੀਪਲਾਈ ਤੇ ਟਾਈਮ ਕਿੰਨਾ ਲੈ ਰਹੇ ਹਾਂ ਅਸੀਂ 1 ਸੈਕਿੰਡ, ਇੱਥੇ 1 ਆ ਗਿਆ। ਨਾਓ ਇਟ ਵਿਲ ਬੀ ਇਕੁਅਲ ਟੂ 2 ਮੀਟਰ। ਇਹਦਾ ਮਤਲਬ ਸਾਡੀ ਜਿਹੜੀ ਹੈ ਪੋਜੀਸ਼ਨ ਆ ਗਈ 2 ਮੀਟਰ। ਇੱਥੇ ਟਾਈਮ ਪੁੱਟ ਕਰੀ ਚਲੋ, ਇਹਦੀ ਵੈਲਿਊ 0 ਪੁੱਟ ਕਰੀ ਚਲੋ, ਤੇ ਸਾਡੀ ਇਹਦੀ ਜਿਹੜੀ ਵੈਲਿਊ ਹੈ ਅਸੀਂ ਫਾਈਂਡ ਕਰਾਂਗੇ, ਸਾਡੇ ਕੋਲ ਆ ਗਈ 2। ਸਿਮਿਲਰਲੀ ਜੇ ਟਾਈਮ ਸਾਡਾ 2 ਸੈਕਿੰਡ ਹੈ, ਨਾਓ ਇਟ ਇਜ਼ 0, ਆ ਤੇ 0 ਹੀ ਰਹਿਣਾ ਹੈ। ਨਾਓ 2 into 2, ਕਿਉਂਕਿ ਟਾਈਮ 2 ਸੈਕਿੰਡ, 2 into 2 ਸਾਡੇ ਕੋਲ ਆ ਜਾਏਗਾ 4। ਇਹ ਸਾਡਾ ਆ ਗਿਆ 4 ਮੀਟਰ। ਸਿਮਿਲਰਲੀ ਜੇ 3 ਲਓਗੇ, 3 ਟਾਈਮ ਹੋ ਗਿਆ ਸੈਕਿੰਡ, ਵੈਲੋਸਿਟੀ ਸਾਡੀ ਸੇਮ ਰਹਿਣੀ ਹੈ, 3 2 ਦਾ ਸਾਡੇ ਕੋਲ ਆ ਜਾਏਗਾ 6 ਮੀਟਰ। ਨਾਓ ਥੀਸ ਆਰ ਦਾ ਰੀਡਿੰਗਸ। ਵੱਖਰੇ ਵੱਖਰੇ ਟਾਈਮ ਦੇ ਉੱਤੇ ਸਾਡੇ ਕੋਲ ਵੱਖਰੀ ਵੱਖਰੀ ਜਿਹੜੀ ਹੈ ਉਹਦੀ ਪੋਜੀਸ਼ਨ ਆ ਚੁੱਕੀ ਹੈ। ਨਾਓ ਇਹ ਫਾਰਮੂਲਾ ਆਪਣੇ ਮਾਈਂਡ 'ਚ ਰੱਖ ਲਓ, ਵੱਖਰੇ ਵੱਖਰੇ ਟਾਈਮ ਦੇ ਉੱਤੇ ਅਸੀਂ ਪੋਜੀਸ਼ਨ ਲੱਭਣ ਦੇ ਕੰਮ ਆਏਗਾ, ਤੇ ਇੱਥੋਂ ਹੀ ਅਸੀਂ ਜਿਹੜਾ ਹੈ ਪੋਜੀਸ਼ਨ ਟਾਈਮ ਗ੍ਰਾਫ ਜਿਹੜਾ ਹੈ ਪਲਾਟ ਕਰ ਸਕਦੇ ਹਾਂ। Now what will be the shape? How to plot the graph? Now like this, ਸਾਡੇ ਕੋਲ ਜਿਹੜਾ ਹੈ ਗ੍ਰਾਫ ਪਲਾਟ ਕਰਨ ਲੱਗੇ ਆ। ਮੈਂ ਰੀਡਿੰਗਸ ਜਿਹੜੀਆਂ ਨੇ ਥੱਲੋਂ ਮੈਂ ਰਹਿਣ ਦਿੰਦਾ, ਇੱਥੋਂ ਅਸੀਂ ਜਿਹੜਾ ਹੈ ਇਹ ਸਾਡੇ ਕੋਲ ਓਰੀਜਨ। ਨਾਓ ਕਿਸ ਤਰ੍ਹਾਂ ਪਲਾਟ ਕਰੋਗੇ, here is the time, ਇੱਧਰ ਟਾਈਮ ਪਲਾਟ ਕਰਨਾ ਹੈ, ਤੇ ਇੱਧਰ ਸਾਡੀ ਜਿਹੜੀ ਹੋਏਗੀ ਪੋਜੀਸ਼ਨ ਹੋਏਗੀ xt ਪੋਜੀਸ਼ਨ। this is the origin। ਨਾਓ ਟਾਈਮ ਕਿੰਨਾ 1 2 3 4, ਇੱਥੇ ਲਿਖ ਲਾਂਗੇ ਅਸੀਂ 1, ਇੱਥੇ ਆ ਗਿਆ 2, ਇੱਥੇ ਆ ਗਿਆ 3, ਇੱਥੇ ਆ ਜਾਏਗਾ 4। ਇਹ ਤੁਸੀਂ ਗ੍ਰਾਫ ਪੇਪਰ ਦੇ ਉੱਤੇ ਜਦੋਂ ਪਲਾਟ ਕਰਕੇ ਦੇਖੋਗੇ, ਨਾਓ ਹੇਅਰ ਇਜ਼ 0 2 4 6, ਇਹ ਆ ਗਿਆ 2, ਇਧਰ ਆ ਗਿਆ 4, ਇਧਰ ਆ ਗਿਆ 6। ਨੈਕਸਟ ਜਿਹੜੀ ਵੈਲਿਊ ਆਏਗੀ ਉਹ ਆਏਗੀ ਸਾਡੇ ਕੋਲ 8 ਆ ਗਈ। ਨਾਓ 0 ਤੇ ਪੋਜੀਸ਼ਨ 0, ਇਹ ਸਾਡਾ 0 ਹੈ ਟਾਈਮ, ਇੱਥੇ ਪੋਜੀਸ਼ਨ ਵੀ ਸਾਡੀ ਜਿਹੜੀ ਹੈ ਉਹ 0। 1 ਸੈਕਿੰਡ ਤੇ 2 ਮੀਟਰ, 1 ਸੈਕਿੰਡ ਤੇ ਸਾਡੇ ਕੋਲ ਆ ਗਈ 2 ਮੀਟਰ। 2 ਸੈਕਿੰਡ ਦੇ ਉੱਤੇ ਸਾਡੇ ਕੋਲ 4 ਮੀਟਰ, 2 ਸੈਕਿੰਡ ਤੇ ਸਾਡੇ ਕੋਲ 4, 3 ਦੇ ਉੱਪਰ ਸਾਡੀ ਪੋਜੀਸ਼ਨ ਹੈਗੀ ਸੀ ਸਾਡੇ ਕੋਲ 6, ਤੇ 4 ਦੇ ਉੱਪਰ ਸਾਡੇ ਕੋਲ ਹੈਗੀ ਆ 8। ਨਾਓ the graph will be a straight line। ਸਾਡਾ ਜਿਹੜਾ ਗ੍ਰਾਫ ਹੈ ਉਹ ਬਿਲਕੁਲ ਜਿਹੜਾ ਹੈ ਸਾਡਾ ਸਟ੍ਰੇਟ ਲਾਈਨ ਆਏਗਾ, ਪਾਸਿੰਗ ਥਰੂ origin। ਹੁਣ ਇਹ ਯਾਦ ਰੱਖਣਾ ਹੈ, ਜਦੋਂ ਵੀ ਬਾਡੀ ਯੂਨੀਫਾਰਮ ਵੈਲੋਸਿਟੀ ਦੇ ਨਾਲ ਮੂਵ ਕਰੇ ਤਾਂ ਉਹਦਾ ਜਿਹੜਾ ਗ੍ਰਾਫ ਹੈ ਇਟ ਵਿਲ ਬੀ ਅ ਸਟ੍ਰੇਟ ਲਾਈਨ। ਪੋਜੀਸ਼ਨ ਟਾਈਮ ਗ੍ਰਾਫ ਉਹਦੀ ਜਿਹੜੀ ਸ਼ੇਪ ਹੋਏਗੀ ਉਹ ਸਟ੍ਰੇਟ ਲਾਈਨ ਹੋਏਗੀ। ਨਾਓ ਇਟ ਇਜ਼ ਇਨਕਲਾਈਨਡ,
ਦੇਖੋ ਸਟ੍ਰੇਟ ਲਾਈਨ ਤੇ ਇੱਧਰ ਵੀ ਹੋ ਸਕਦੀ ਹੈ। ਇਹ ਹੈਗੀ ਆ ਸਟ੍ਰੇਟ ਲਾਈਨ ਜਿਹੜੀ ਇੰਕਲਾਈਨਡ ਝੁਕੀ ਹੋਈ ਹੈ। ਇਟ ਇਜ਼ ਅ ਸਟ੍ਰੇਟ ਲਾਈਨ ਇੰਕਲਾਈਨਡ ਟੁਆਰਡਸ ਟਾਈਮ ਐਕਸਿਸ। ਹੁਣ ਇਹ ਧਿਆਨ ਨਾਲ ਬੋਲਣਾ ਹੈ। ਕੁਐਸਚਨ ਕੀ ਹੈ? what is the shape of position time graph for uniform motion? ਕੀ ਆਨਸਰ ਦਿਓਗੇ? it will be a straight line inclined, ਜਿਹੜੀ ਝੁਕੀ ਹੋਈ ਹੈ inclined towards time axis, time axis ਵਾਲੇ ਪਾਸੇ ਹੈ ਉਹ bend ਹੋਏਗੀ। that is the shape of the position time graph। ਇਸ ਤਰ੍ਹਾਂ ਤੁਸੀਂ ਜਿਹੜਾ ਹੈ ਪਲਾਟ ਤੁਸੀਂ ਗ੍ਰਾਫ ਕਰ ਸਕਦੇ ਹੋ, ਪਰ ਉਹ ਜਿਹੜਾ ਫਾਰਮੂਲਾ ਹੈ ਉਹਨੂੰ ਤੁਸੀਂ ਜਿਹੜਾ ਹੈ ਯਾਦ ਰੱਖਣਾ ਹੈ। ਇਹ ਨੋਟ ਕਰੋ, ਗ੍ਰਾਫ ਸਾਡਾ ਓਰੀਜਨ ਦੇ ਵਿੱਚੋਂ ਪਾਸ ਹੋ ਰਿਹਾ ਹੈ। ਓਰੀਜਨ ਦੇ ਵਿੱਚੋਂ ਪਾਸ ਕਿਉਂ ਹੋ ਰਿਹਾ ਹੈ? ਕਿਉਂਕਿ ਅਸੀਂ ਉਦੋਂ ਟਾਈਮ ਨੂੰ ਸਟਾਰਟ ਕੀਤਾ ਜਦੋਂ ਅਸੀਂ ਹਲੇ ਬਿਲਕੁਲ ਵੀ ਪੋਜੀਸ਼ਨ ਅਸੀਂ ਚੇਂਜ ਨਹੀਂ ਕੀਤੀ ਸੀ। ਨਾਓ ਸਾਡਾ ਓਰੀਜਨ ਆਫ ਪੋਜੀਸ਼ਨ ਸਾਡਾ 0 ਸੀਗਾ। ਨਾਓ ਇਸ ਤੋਂ ਬਾਅਦ ਮੰਨ ਲਓ ਕਿ ਸਾਡੇ ਕੋਲ ਜਿਹੜੀ ਹੈ ਕੰਡੀਸ਼ਨਸ ਕੀ ਨੇ? ਵੈਲੋਸਿਟੀ ਗਿਵਨ ਹੈ 2 ਮੀਟਰ ਪਰ ਸੈਕਿੰਡ। ਵੈਲੋਸਿਟੀ ਸਾਡੇ ਕੋਲ 2 ਹੀ ਹੈ, ਬਟ ਜਦੋਂ ਅਸੀਂ ਟਾਈਮ ਨੂੰ 0 ਚੂਜ਼ ਕੀਤਾ, ਜਿਸ ਤਰ੍ਹਾਂ ਮੈਂ ਸਟਾਰਟਿੰਗ ਤੇ ਦੱਸਿਆ, ਉਸ ਟਾਈਮ ਤੇ ਕੀ ਸੀਗਾ ਕਿ ਅਸੀਂ ਘਰੋਂ ਪਹਿਲਾਂ ਹੀ ਦੂਰ ਆ ਚੁੱਕੇ ਹਾਂ। ਮੈਂ ਅੱਗੇ ਵੀ ਦੱਸਿਆ ਸੀ, ਅਸੀਂ ਘਰੋਂ ਤੁਰ ਪਏ ਹਾਂ। ਕਿਸੇ ਟਾਈਮ ਤੇ ਜਾ ਕੇ ਕਿਸੇ ਜਗ੍ਹਾ ਤੇ ਜਾ ਕੇ ਅਸੀਂ ਸੋਚਿਆ ਵੀ ਹੁਣ ਦੇਖੀਏ ਕਿੰਨਾ ਡਿਸਟੈਂਸ ਕਵਰ ਕਰ ਲਿਆ। ਉਦੋਂ ਅਸੀਂ ਜਦੋਂ ਟਾਈਮ ਨੂੰ ਚੂਜ਼ ਕੀਤਾ ਉਹ ਓਰੀਜਨ ਹੋ ਗਿਆ, ਪਰ ਅਸੀਂ ਦੇਖਿਆ ਕਿ ਅਸੀਂ ਤੇ ਪਹਿਲਾਂ ਹੀ 10 ਮੀਟਰ ਜਿਹੜਾ ਹੈ ਉਹ ਡਿਸਟੈਂਸ ਕਵਰ ਕਰ ਚੁੱਕੇ ਹਾਂ। ਦਿਸ ਇਜ਼ ਦਾ ਪੋਜੀਸ਼ਨ ਐਟ ਟਾਈਮ 0। ਅਸੀਂ ਟਾਈਮ ਨੂੰ ਅੱਗੇ ਜਾ ਕੇ ਕਾਊਂਟ ਕਰਨਾ ਹੈ। ਆਲਰੇਡੀ ਅਸੀਂ ਇੰਨਾ ਡਿਸਟੈਂਸ ਜਿਹੜਾ ਹੈ ਉਹ ਕਵਰ ਕਰ ਚੁੱਕੇ ਹਾਂ। ਨਾਓ ਕਿਹੜਾ ਫਾਰਮੂਲਾ ਹੈ ਜਿਹਦੇ ਰਾਹੀਂ ਅਸੀਂ ਪੋਜੀਸ਼ਨ ਲੱਭਾਂਗੇ? Now that is the formula xt is equal to x naught plus vt। पोजीशन ਵੱਖਰੇ ਵੱਖਰੇ ਟਾਈਮ ਤੇ ਕੱਢਾਂਗੇ। ਇਹ 0 ਵਾਲੀ, ਇਹ यूनिफॉर्म स्पीड एट टाइम। Now please tell how will be the formula? इधर t आ जाएगा, इधर ਸਾਡੇ ਕੋਲ xt आ जाएगा। Now please tell the readings। ਸਭ ਨਾਲ ਪਹਿਲਾਂ ਅਸੀਂ ਜਿਹੜਾ ਹੈ ਟਾਈਮ ਨੂੰ 0 ਲਵਾਂਗੇ। 0 ਸੈਕਿੰਡ ਦੇ ਉੱਤੇ ਇੱਥੇ ਕਿੰਨਾ ਪੁੱਟ ਕਰੋਗੇ? 0। 0 ਨੂੰ v ਨਾਲ ਮਲਟੀਪਲਾਈ ਕੀਤਾ ਤੇ ਸਾਡਾ 0। ਬਟ ਵਾਟ ਇਜ਼ x0 ਨਾਓ? ਹੁਣ ਬੋਡੀ ਆਲਰੇਡੀ ਜਿਹੜੀ ਹੈ ਉਹ ਆਪਣੇ ਘਰੋਂ ਦੂਰ ਹੈ ਕਿੰਨਾ? 10 ਮੀਟਰ। ਇਹਦਾ ਮਤਲਬ ਇੱਥੇ ਸਾਡਾ 10 ਆਏਗਾ। 0 ਟਾਈਮ ਤੇ 10। ਨਾਓ ਆਫਟਰ 1 ਸੈਕਿੰਡ, ਹੁਣ 1 ਸੈਕਿੰਡ ਬਾਅਦ ਇੱਥੇ 1 ਭਰਾਂਗੇ, ਇੱਥੇ 1 ਆ ਗਿਆ। ਮਲਟੀਪਲਾਈ ਵੈਲੋਸਿਟੀ ਕਿੰਨੀ ਹੈ ਸਾਡੇ ਕੋਲ? 2 ਆ ਗਈ। ਪਲੱਸ ਵਾਟ ਇਜ਼ ਦਾ ਪੋਜੀਸ਼ਨ? 10। it will be 10 plus 2, it will be equal to 12 meter per second। ਇਹ ਸਾਡੇ ਕੋਲ ਜਿਹੜੀ ਹੈ velocity, sorry 12 meter, it is the distance, it is 10 meter, it is 12 meter। now after 2 second, 2 second ਬਾਅਦ ਇੱਥੇ ਕਿੰਨਾ ਆਏਗਾ ਸਾਡੇ ਕੋਲ? 2 into 2 plus 10, 2 to the ਇੱਥੇ ਆ ਜਾਏਗਾ ਸਾਡੇ ਕੋਲ 4 and here we get 14। ਇੱਥੇ ਆ ਜਾਏਗਾ 14। ਇਹ 2 ਵਧਦੀ ਜਾਏਗੀ। 3 ਸੈਕਿੰਡ ਬਾਅਦ ਸਾਡੇ ਕੋਲ ਜਿਹੜਾ ਹੈ it will become 16 meter and so on। ਨਾਓ ਜੇ ਹੁਣ ਅਸੀਂ ਜਿਹੜਾ ਇਹਦਾ ਗ੍ਰਾਫ ਪਲਾਟ ਕਰਦੇ ਹਾਂ ਤੇ ਗ੍ਰਾਫ ਦੇਖਣਾ ਹੁਣ ਅਸੀਂ ਕਿਸ ਤਰ੍ਹਾਂ ਦਾ ਸਾਡੀ ਜਿਹੜੀ ਹੈ ਉਹ ਸ਼ੇਪ ਆਏਗੀ ਗ੍ਰਾਫ ਦੀ। ਨਾਓ here is the origin, here is 1 and 2, this is 3, ਇਹ ਸਾਡੇ ਕੋਲ 4 ਆ ਗਿਆ। ਸਟਾਰਟਿੰਗ ਕਿੱਥੋਂ ਆ? 10 ਤੋਂ। ਸਪੋਜ਼ ਹੇਅਰ ਇਜ਼ 10। ਉਸ ਤੋਂ ਬਾਅਦ ਜਿਹੜਾ ਹੈ ਅਸੀਂ ਬਰਾਬਰ ਦਾ ਮੰਨਣਾ ਸ਼ੁਰੂ ਕਰਤਾ 12। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ 14, ਫਿਰ ਸਾਡੇ ਕੋਲ ਆ ਜਾਏਗਾ 16। ਇਧਰ ਸਾਡੀ ਪੋਜੀਸ਼ਨ ਤੇ ਇਧਰਲੇ ਪਾਸੇ ਸਾਡਾ ਟਾਈਮ, ਤੇ ਗ੍ਰਾਫ ਦਾ ਨਾਮ ਕੀ ਹੈ? ਪੋਜੀਸ਼ਨ ਟਾਈਮ ਗ੍ਰਾਫ। ਨਾਓ 0 ਸੈਕਿੰਡ ਦੇ ਉੱਤੇ ਸਾਡੀ ਪੋਜੀਸ਼ਨ ਕਿੰਨੀ ਹੈ? 0 ਟਾਈਮ ਦੇ ਉੱਤੇ ਸਾਡੀ ਪੋਜੀਸ਼ਨ ਹੈ 10। ਪਿਛਲਾ ਗ੍ਰਾਫ ਤੇ ਇਸ ਗ੍ਰਾਫ ਨੂੰ ਧਿਆਨ ਨਾਲ ਦੇਖੋ। ਪਿਛਲਾ ਗ੍ਰਾਫ ਓਰੀਜਨ ਤੋਂ ਚਾਲੂ ਹੋਇਆ ਸੀ। ਅਸੀਂ ਉਦੋਂ ਟਾਈਮ
ਸਟਾਰਟ ਕਰਤਾ ਸੀ ਜਦੋਂ ਹਲੇ ਬਿਲਕੁਲ ਵੀ ਡਿਸਟੈਂਸ ਜਿਹੜਾ ਮੈਂ ਆਪਾਂ ਕਵਰ ਨਹੀਂ ਕੀਤਾ ਸੀ। ਹੁਣ ਕੀ ਹੈ, ਆਲਰੇਡੀ ਅਸੀਂ ਇੰਨਾ ਡਿਸਟੈਂਸ ਕਵਰ ਕਰ ਚੁੱਕੇ ਸੀ, ਉਸ ਤੋਂ ਬਾਅਦ ਅਸੀਂ origin of time ਨੂੰ ਜਿਹੜਾ ਹੈ ਉਹ ਸਟਾਰਟ ਕੀਤਾ। ਨਾਓ 2 ਸੈਕਿੰਡ ਤੇ 1 ਸੈਕਿੰਡ ਤੇ ਕਿੰਨੀ ਹੈ ਸਾਡੇ ਕੋਲ 12। ਨਾਓ ਹੇਅਰ ਇਜ਼ 12। 3 ਤੇ ਕਿੰਨੀ ਹੈ ਸਾਡੇ ਕੋਲ, that is 14। 3 ਤੋਂ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ 16 and you see the graph is a straight line। ਗ੍ਰਾਫ ਦੇਖੋ ਫਿਰ ਵੀ ਸਾਡਾ ਸਟ੍ਰੇਟ ਲਾਈਨ ਹੀ ਆਇਆ, but that graph is now passes through origin or not। ਹੁਣ ਜਿਹੜਾ ਹੈ ਗ੍ਰਾਫ origin ਤੋਂ ਨਹੀਂ ਪਾਸ ਹੋ ਰਿਹਾ, ਇਹ y ਐਕਸਿਸ ਨੂੰ ਪੋਜੀਸ਼ਨ ਵਾਲੀ ਐਕਸਿਸ ਨੂੰ ਕੱਟ ਕਰਕੇ ਜਾ ਰਿਹਾ। ਨਾਓ ਸ਼ੇਪ ਦੇ ਸਟ੍ਰੇਟ ਲਾਈਨ ਹੀ ਆਈ ਹੈ, inclined towards time axis ਹੀ ਆਈ ਹੈ, but it is not passing through origin। ਇਹਦਾ ਮਤਲਬ ਜੇ ਆਲਰੇਡੀ ਅਸੀਂ ਕੁਝ ਡਿਸਟੈਂਸ ਕਵਰ ਕਰ ਚੁੱਕੇ ਹਾਂ, ਫਿਰ ਸਾਡਾ ਗ੍ਰਾਫ ਜਿਹੜਾ ਹੈ ਪੋਜੀਸ਼ਨ ਐਕਸਿਸ ਤੇ ਕੱਟ ਕਰੇਗਾ ਜਿੱਥੋਂ ਅਸੀਂ ਟਾਈਮ ਨੂੰ ਕਾਊਂਟ ਕਰਨਾ ਸ਼ੁਰੂ ਕੀਤਾ। ਤੇ ਜੇ ਅਸੀਂ ਇਕੱਠਾ ਹੀ origin ਚੂਜ਼ ਕੀਤਾ ਟਾਈਮ ਵਾਲਾ ਤੇ origin ਵਾਲਾ, ਫਿਰ ਸਾਡਾ ਜਿਹੜਾ ਗ੍ਰਾਫ ਹੈ ਉਹ ਸਾਡੇ ਕੋਲ ਆਏਗਾ passes through origin। ਨਾਓ ਸਾਡੇ ਕੋਲ ਇਸ ਗ੍ਰਾਫ ਤੋਂ ਜਿਹੜਾ ਹੈ ਕਲੀਅਰ ਹੋ ਗਿਆ ਕਿ ਸਾਨੂੰ ਪੋਜੀਸ਼ਨ ਟਾਈਮ ਗ੍ਰਾਫ ਜਿਹੜਾ ਕਿਸ ਤਰ੍ਹਾਂ ਜਿਹੜਾ ਬਣਾਉਣਾ ਹੈ ਤੇ ਕਿਸ ਤਰ੍ਹਾਂ ਉਹਦੀ ਜਿਹੜੀ ਹੈ ਉਹ ਪੋਜੀਸ਼ਨ ਜਿਹੜੀ ਹੈ ਉਹ ਚੇਂਜ ਹੁੰਦੀ ਹੈ। ਨਾਓ ਜੇ ਸਾਨੂੰ ਕੋਈ ਪੁੱਛ ਲਏ ਕਿ what is the shape of position time graph for uniform motion, ਫਿਰ ਕੀ ਕਰੋਗੇ, ਅਸੀਂ ਇਸ ਤਰ੍ਹਾਂ ਬਣਾ ਕੇ ਦੇ ਸਕਦੇ ਹਾਂ, ਜਾਂ ਤਾਂ ਤੁਸੀਂ ਇਸ ਤਰ੍ਹਾਂ ਗ੍ਰਾਫ ਬਣਾ ਦੇਣਾ ਸਿੰਪਲ। what will be the shape of position time graph for uniform motion, just ਤੁਸੀਂ ਇਸ ਤਰ੍ਹਾਂ ਇਹਨੂੰ ਆਪਾਂ ਸ਼ੋ ਕਰ ਦਾਂਗੇ। ਜੇ ਇਸ ਤਰ੍ਹਾਂ ਨਹੀਂ ਸ਼ੋ ਕਰਨਾ ਤੇ ਜੇ ਕੋਈ ਬੱਚਾ ਜਿਹੜਾ ਹੈ ਇਥੋਂ ਬਣਾ ਦਿੰਦਾ ਗ੍ਰਾਫ, then it is also ਜਿਹੜਾ ਹੈ ਆ ਵੀ ਕਰੈਕਟ ਹੋਏਗਾ, because this is a position time graph। ਉਹ origin ਤੋਂ ਵੀ ਹੋ ਸਕਦਾ ਹੈ ਤੇ ਉਹ ਜਿਹੜਾ ਹੈ ਪੋਜੀਸ਼ਨ ਐਕਸਿਸ ਤੋਂ ਵੀ ਜਿਹੜਾ ਹੈ ਉੱਪਰ ਨੂੰ ਜਾ ਸਕਦਾ ਹੈ। ਉਹ ਡਿਪੈਂਡ ਕਰਦਾ ਹੈ ਸਾਡੇ ਚੋਇਸ ਆਫ origin ਦੇ ਉੱਪਰ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ। ਨਾਓ these are the two types of graph। ਨਾਓ ਹੁਣ ਕੁਐਸਚਨ ਹੈ ਕਿ ਗ੍ਰਾਫ ਹਮੇਸ਼ਾ ਉੱਪਰ ਨੂੰ ਹੀ ਜਾਏਗਾ, ਕੀ ਗ੍ਰਾਫ ਹਮੇਸ਼ਾ ਜਿਹੜਾ ਹੈ ਉੱਪਰ ਨੂੰ ਹੀ ਜਾਏਗਾ? ਕੀ ਇਹ ਪੋਸੀਬਲ ਹੈ ਕਿ ਗ੍ਰਾਫ ਜਿਹੜਾ ਹੈ ਇਸ ਤਰ੍ਹਾਂ ਨੀਚੇ ਨੂੰ ਆ ਜਾਏ? ਇਹਦੇ ਬਾਰੇ ਵੀ ਅਸੀਂ ਜਿਹੜਾ ਹੈ ਹੁਣ ਡਿਸਕਸ ਕਰਨ ਲੱਗੇ ਹਾਂ ਕਿ ਗ੍ਰਾਫ ਸਾਡਾ ਜਿਹੜਾ ਹੈ ਨੀਚੇ ਨੂੰ ਆ ਸਕਦਾ ਹੈ ਕਿ ਨਹੀਂ ਆ ਸਕਦਾ। ਨਾਓ ਸਪੋਜ਼ ਮੰਨ ਲਓ ਵੈਲੋਸਿਟੀ ਸਾਡੀ ਹੈ ਨੈਗੇਟਿਵ, ਵੈਲੋਸਿਟੀ ਦੀ ਵੈਲਿਊ ਜਿਹੜੀ ਅਸੀਂ ਲੈ ਲਈ ਹੈ ਨੈਗੇਟਿਵ ਲੈ ਲਈ ਅਸੀਂ -2, ਇਹ ਸਾਡੀ ਵੈਲੋਸਿਟੀ ਨੈਗੇਟਿਵ ਹੈ। ਨਾਓ ਜਦੋਂ ਸਾਡੀ ਵੈਲੋਸਿਟੀ ਨੈਗੇਟਿਵ ਹੈ ਤੇ ਅਸੀਂ ਮੰਨ ਲਓਗੇ ਟਾਈਮ 0 ਦੇ ਉੱਤੇ ਕਿੱਥੇ ਸੀਗੇ, 10 ਮੀਟਰ ਸਾਡੀ ਪੋਜੀਸ਼ਨ ਹੈ। ਵੈਲੋਸਿਟੀ ਨੈਗੇਟਿਵ ਲੈ ਕੇ ਚੱਲਨੇ ਅਸੀਂ, ਉਹਦਾ ਜਿਹੜਾ ਮੈਗਨੀਟਿਊਡ ਹੈ -2 ਤੇ ਪੋਜੀਸ਼ਨ ਜਿਹੜੀ ਹੈ 0 ਤੇ 10 ਮੀਟਰ ਹੈ। ਤੇ ਫਾਰਮੂਲਾ ਜਿਹੜਾ ਹੈ ਸਾਡਾ ਪੋਜੀਸ਼ਨ ਕੱਢਣ ਵਾਲਾ ਜਿਹੜਾ ਸਾਨੂੰ ਪਤਾ ਹੈ +vt। ਨਾਓ ਜੇ ਅਸੀਂ ਇੱਕ ਗ੍ਰਾਫ ਪਲਾਟ ਕਰੀਏ, ਇਧਰਲੇ ਪਾਸੇ t, ਇਧਰਲੇ ਪਾਸੇ ਸਾਡੇ ਕੋਲ ਪੋਜੀਸ਼ਨ 0 ਸੈਕਿੰਡ 1 2 3। 0 ਦੇ ਉੱਤੇ ਕਿੰਨੀ ਪੋਜੀਸ਼ਨ ਆਏਗੀ, ਇੱਥੇ 0 ਪੁੱਟ ਕਰਾਂਗੇ, 0 × v 0 ਤੇ ਆ ਕਿੰਨਾ ਸਾਡੇ ਕੋਲ 10, ਸਾਡੇ ਕੋਲ ਆ ਗਈ 10। ਉਸ ਤੋਂ ਬਾਅਦ ਜੇ ਅਸੀਂ ਵੈਲੋਸਿਟੀ ਨੈਗੇਟਿਵ ਲੈਣੇ ਪਏ ਆ, ਟਾਈਮ ਦੀ ਗੱਲ ਕਰ ਰਹੇ ਆ 1, ਇੱਥੇ 1, ਇੱਥੇ ਆ ਜਾਏਗਾ 2, ਮਾਈਨਸ ਆ ਜਾਏਗਾ ਕਿਉਂਕਿ ਵੈਲੋਸਿਟੀ ਅਸੀਂ ਨੈਗੇਟਿਵ ਲੈ ਕੇ ਚੱਲ ਰਹੇ ਆ, ਤੇ ਅੱਗੇ ਆ ਗਿਆ ਸਾਡੇ ਕੋਲ 10। ਹੁਣ ਸਾਡੇ ਕੋਲ 10 - 2 ਸਾਡੇ ਕੋਲ ਆ ਗਿਆ 8। ਹੁਣ ਸਾਡਾ ਜਿਹੜਾ ਹੈ ਪੋਜੀਸ਼ਨ ਆ ਗਈ 8, ਕੱਟਣੀ ਸ਼ੁਰੂ ਹੋ ਗਈ ਹੈ। ਉਸ ਤੋਂ ਬਾਅਦ ਅਸੀਂ ਜੇਕਰ 2 ਪੁੱਟ ਕਰਾਂਗੇ ਇੱਥੇ, 2 ਤੋਂ ਬਾਅਦ 2 2 ਦਾ 4, ਇੱਥੇ ਸਾਡੇ ਕੋਲ 4 ਆਏਗਾ ਤੇ ਸਾਡੇ ਕੋਲ ਅਗਲੀ ਜਿਹੜੀ ਵੈਲਿਊ ਹੈ ਇੱਥੇ ਸਾਡੇ ਕੋਲ ਆ ਜਾਏਗੀ 6, ਇੱਥੇ 6 ਮੀਟਰ। ਉਸ ਤੋਂ ਬਾਅਦ ਸਾਡੇ ਕੋਲ ਕਿੰਨੀ ਆ ਜਾਏਗੀ, ਇਸੇ ਤਰੀਕੇ ਦੇ ਨਾਲ ਸਾਡੇ ਕੋਲ ਆ ਜਾਏਗੀ 4 ਮੀਟਰ ਐਂਡ ਸੋ ਔਨ। ਤੇ 4 ਸੈਕਿੰਡ ਤੇ ਸਾਡੇ ਕੋਲ ਆ ਜਾਏਗੀ 2 ਮੀਟਰ ਤੇ 5 ਸੈਕਿੰਡ ਤੇ ਇਹ ਬਣ ਜਾਏਗਾ ਸਾਡੇ ਕੋਲ 0 ਤੇ ਆ ਜਾਏਗੀ।
ਨਾਓ ਇਸ ਤਰ੍ਹਾਂ ਉਹਦੀ ਪੋਜੀਸ਼ਨ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਗਈ। ਤੇ ਜੇ ਅਸੀਂ ਹੁਣ ਇਹਦਾ ਵੀ ਗ੍ਰਾਫ ਪਲਾਟ ਕਰਦੇ ਹਾਂ ਤੇ ਗ੍ਰਾਫ ਦੀ ਜਿਹੜੀ ਸ਼ੇਪ ਕਿਸ ਤਰ੍ਹਾਂ ਦੀ ਆਏਗੀ, ਇਧਰਲੇ ਪਾਸੇ ਟਾਈਮ, ਇਧਰਲੇ ਪਾਸੇ ਸਾਡੇ ਕੋਲ ਜਿਹੜੀ ਹੈ ਪੋਜੀਸ਼ਨ, ਐਂਡ ਹੇਅਰ ਇਜ਼ ਦਾ origin। ਨਾਓ ਟਾਈਮ 1 second, it is 2, it is 3 and it is 4। ਤੇ ਸਾਡੀ ਜਿਹੜੀ ਹੈ ਦੇਖੋ 2 4 6 8 10, ਅਸੀਂ ਇੱਥੇ ਲਿਖ ਦਿੰਦੇ ਆ this is 2, now this is 4 6 8 ਤੇ ਸਾਡੇ ਕੋਲ ਆ ਗਿਆ 10। now 0 ਤੇ ਕਿੱਥੇ ਪੋਜੀਸ਼ਨ, 0 ਤੇ ਸਾਡੇ ਕੋਲ ਇੱਥੇ ਆ ਗਈ। 1 second ਤੇ ਕਿੱਥੇ ਹੈ, 1 second ਤੇ ਸਾਡੇ ਕੋਲ 8 ਤੇ, 2 second ਤੇ ਸਾਡੇ ਕੋਲ ਜਿਹੜੀ ਹੈ ਉਹ 6 ਤੇ, 3 second ਤੇ ਸਾਡੇ ਕੋਲ 4 ਤੇ, 4 second ਤੇ ਸਾਡੇ ਕੋਲ ਜਿਹੜੀ ਹੈ 2 ਤੇ, ਇਧਰ ਆ ਗਿਆ 5 ਤੇ 5 ਤੇ ਕਿੰਨੀ ਹੈ ਸਾਡੇ ਕੋਲ 5 second ਤੇ ਸਾਡੇ ਕੋਲ ਜਿਹੜੀ ਹੈ it is 0। now this will be the position time graph। ਹੁਣ ਦੇਖੋ ਜਿਹੜਾ ਗ੍ਰਾਫ ਹੈ ਇਸ ਤਰ੍ਹਾਂ ਹੋ ਗਿਆ। ਇਹਦਾ ਮਤਲਬ ਗ੍ਰਾਫ ਜਿਹੜਾ ਹੈ ਉੱਪਰ ਵੀ ਜਾ ਸਕਦਾ ਹੈ ਤੇ ਗ੍ਰਾਫ ਜਿਹੜਾ ਹੈ ਨੀਚੇ ਨੂੰ ਵੀ ਆ ਸਕਦਾ ਹੈ। ਇਹ ਡਿਪੈਂਡ ਕਰਦਾ ਹੈ ਸਾਡੀ ਜਿਹੜੀ ਹੈ ਵੈਲੋਸਿਟੀ ਪੋਜ਼ਿਟਿਵ ਹੈ ਕਿ ਸਾਡੀ ਜਿਹੜੀ ਵੈਲੋਸਿਟੀ ਜਿਹੜੀ ਹੈ ਉਹ ਨੈਗੇਟਿਵ ਹੈ। ਨਾਓ ਜੇਕਰ ਗ੍ਰਾਫ ਦੀ ਜਿਹੜੀ ਸ਼ੇਪ ਹੈ ਇਜ਼ ਲਾਈਕ ਦਿਸ, ਜੇ ਤੇ ਗ੍ਰਾਫ ਇਸ ਤਰ੍ਹਾਂ ਹੈ, ਇਸ ਨੂੰ ਅਸੀਂ ਬੋਲਦੇ ਹਾਂ ਪੋਜ਼ਿਟਿਵ ਸਲੋਪ। ਇਹ ਮੈਂ ਜਿਹੜਾ ਹੈ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗਾ। ਤੇ ਜੇ ਗ੍ਰਾਫ ਜਿਹੜਾ ਨੀਚੇ ਨੂੰ ਹੈ, ਇਸ ਨੂੰ ਅਸੀਂ ਬੋਲਦੇ ਹਾਂ ਨੈਗੇਟਿਵ ਹਾਂਜੀ ਸਲੋਪ। ਇਹ ਜਿਹੜਾ ਹੈ ਅਸੀਂ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਤੇ ਨਾਲ ਨਾਲ ਅਸੀਂ ਆ ਵੀ ਡਿਸਕਸ ਕਰਨਾ ਹੈ ਕਿ ਪੋਜੀਸ਼ਨ ਟਾਈਮ ਗ੍ਰਾਫ ਦੀ ਇੰਪੋਰਟੈਂਸ ਕੀ ਹੈ। ਪੋਜੀਸ਼ਨ ਟਾਈਮ ਗ੍ਰਾਫ ਯੂਨੀਫਾਰਮ ਮੋਸ਼ਨ ਦੇ ਵਿੱਚੋਂ ਅਸੀਂ ਪਲਾਟ ਕਰਕੇ ਕਿਹੜੀ ਚੀਜ਼ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਨਾਓ ਆਈ ਥਿੰਕ ਕਿ ਤੁਹਾਨੂੰ ਅੱਜ ਦਾ ਇਹ ਵਾਲਾ ਜਿਹੜਾ ਲੈਕਚਰ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ।